Hello student, today we are going to start the lesson 14 electric current and its effects part 2 ਬਿਜਲੀ ਧਾਰਾ ਅਤੇ ਇਸ ਦੇ ਪ੍ਰਭਾਵ ਲੈਸਨ 14ਵਾਂ ਜਮਾਤ 7ਵੀਂ ਦਾ ਦੂਜਾ ਭਾਗ ਅੱਜ ਸ਼ੁਰੂ ਕਰਨ ਜਾ ਰਹੇ ਹਾਂ। ਉਮੀਦ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਪਹਿਲੇ ਪਾਰਟ ਦੇ ਵਿੱਚ ਰੁਚੀ ਦਿਖਾਈ ਹੈ ਕਿ ਇਸ ਤਰ੍ਹਾਂ ਹੀ ਦੂਜੇ ਪਾਰਟ ਨੂੰ ਵੀ ਚੰਗੀ ਤਰ੍ਹਾਂ ਸਮਝੋਗੇ ਅਤੇ ਆਪਣੀ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋਗੇ। ਇਸ ਦੇ ਵਿੱਚ ਸਭ ਤੋਂ ਪਹਿਲੇ ਆਪਾਂ ਪੜ੍ਹਾਂਗੇ ਐਫੀਸ਼ੀਐਂਸੀ ਆਫ ਐਨ ਇਲੈਕਟ੍ਰਿਕ appliances. When electric energy is partly converted into heat energy, it leads to the wastage of energy in machines and appliances where the heat is not utilized. ਜਦੋਂ ਬਿਜਲੀ ਊਰਜਾ ਨੂੰ ਤਾਪ ਊਰਜਾ ਵਿੱਚ ਬਦਲਿਆ ਜਾਂਦਾ ਹੈ ਅਤੇ ਬਹੁਤ ਸਾਰੀ ਊਰਜਾ ਵਿਅਰਥ ਹੋ ਜਾਂਦੀ ਹੈ। ਇਸ ਦਾ ਭਾਵ ਇਹ ਹੈ ਕਿ ਜਦੋਂ ਵੀ ਆਪਾਂ ਕਿਸੇ ਵੀ ਬਿਜਲੀ ਊਰਜਾ ਨੂੰ ਤਾਪ ਊਰਜਾ ਵਿੱਚ ਬਦਲਦੇ ਉਹਦੇ ਸਾਰੀ ਦੀ ਸਾਰੀ ਊਰਜਾ ਵਰਤੀ ਨਹੀਂ ਜਾਂਦੀ, ਬਹੁਤ ਸਾਰੀ ਊਰਜਾ ਵਿਅਰਥ ਹੋ ਜਾਂਦੀ ਹੈ। ਕਿ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਕਈ ਬਿਜਲੀ ਉਪਕਰਨ ਦੇਖੇ ਹਨ ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਦਾ ਫੋਟੋ ਵਿੱਚ ਲੱਗਿਆ ਹੋਏ ਸਟਾਰਸ ਦੇ ਮਾਰਕ ਦਿਖਾਏ ਜਾਂਦੇ ਹੈਗੇ। ਸਟਾਰਸ ਦੇ ਮਾਰਕ ਦਿਖਾਏ ਜਾਂਦੇ ਹੈਗੇ। ਇਹਨਾਂ ਤੋਂ ਆਪਾਂ ਨੂੰ ਇਹ ਪਤਾ ਲੱਗ ਜਿੰਨੇ ਜ਼ਿਆਦਾ ਸਟਾਰਸ ਦੇ ਮਾਰਕਸ ਹੋਣਗੇ ਉਨੀ ਜ਼ਿਆਦਾ ਹੀ ਉਸ ਉਪਕਰਨ ਦੀ ਬਿਜਲੀ ਉਪਕਰਨ ਦੀ ਸ਼ਮਤਾ ਜਾਂ ਐਫੀਸ਼ੀਐਂਸੀ ਹੁੰਦੀ ਹੈ। ਮੋਸਟਲੀ ਅੱਜ ਕੱਲ੍ਹ ਇਨਵਰਟਰ AC ਜਾਂ ਫਰਿੱਜਾਂ ਦੇ ਉੱਤੇ ਵੀ ਇਸ ਤਰ੍ਹਾਂ ਦੇ ਮਾਰਕਸ ਦਿਖਾਏ ਜਾਂਦੇ ਹੈ। ਜਿੰਨੇ ਜ਼ਿਆਦਾ ਸਟਾਰਸ ਹੁੰਦੇ ਹੈ ਉਨੀ ਐਫੀਸ਼ੀਐਂਸੀ ਵੱਧ ਹੁੰਦੀ ਹੈ, ਮਤਲਬ ਕਿ ਉਨੀ ਹੀ ਉਹਦੇ 'ਚ ਊਰਜਾ ਦੀ ਵਿਅਰਥ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈਗੀ। ਇਸ ਤੋਂ ਬਾਅਦ ਅਸੀਂ ਦੇਖਾਂਗੇ ਅਗਲੀ ਸਲਾਈਡ ਹੈਗੀ ਆਪਣੀ ਹਾਊਸ ਹੋਲਡ ਸੇਫਟੀ ਡਿਵਾਈਸਿਸ। ਘਰਾਂ ਵਿੱਚ ਅਸੀਂ ਦੋ ਤਰ੍ਹਾਂ ਦੇ ਸੇਫਟੀ ਡਿਵਾਈਸਿਸ ਵਰਤਦੇ ਹਨ ਜਿਹਦੇ ਨਾਲ ਬਿਜਲੀ ਉਪਕਰਨਾਂ ਦੇ ਕਾਰਨ ਜਾਂ ਇਲੈਕਟ੍ਰੀਕਲ ਅਪਲਾਇੰਸਿਸ ਦੇ ਕਾਰਨ ਘਰ ਅੱਗ ਲੱਗਣ ਦੀ ਸੰਭਾਵਨਾ ਘੱਟ ਰਹਿੰਦੀ ਹੈ। ਦੇਰ ਆਰ ਟੂ ਟਾਈਪਸ ਆਫ ਹਾਊਸ ਹੋਲਡ ਡਿਵਾਈਸਿਸ। ਫਸਟ ਇਜ਼ ਫਿਊਜ਼ and second is MCB called miniature circuit breaker। ਛੋਟੇ ਸਰਕਟ ਤੋੜਕ। ਘਰਾਂ ਦੇ ਵਿੱਚ ਦੋ ਤਰ੍ਹਾਂ ਦੇ ਫਿਊਜ਼ ਇਸਤੇਮਾਲ ਕੀਤੇ ਜਾਂਦੇ ਹਨ। ਪਹਿਲਾ ਹੈਗਾ ਫਿਊਜ਼ ਅਤੇ ਦੂਜਾ ਹੈਗਾ MCB। ਫਿਊਜ਼ ਜਿਹੜਾ ਹੈਗਾ ਆਮ ਤੌਰ 'ਤੇ ਘਰਾਂ ਵਿੱਚ ਬਿਜਲੀ ਦੇ ਸਾਹਮਣੇ ਜਿੱਥੋਂ ਆਪਣੀ ਬਿਜਲੀ ਦਾ ਮੇਨ ਸਵਿੱਚ ਲੱਗਿਆ ਹੁੰਦਾ ਹੈ ਉਹਦੇ ਕੋਲ ਵਰਤਿਆ ਜਾਂਦਾ ਹੈਗਾ। ਫਿਊਜ਼ ਦੀ ਫੋਟੋ ਜਿਵੇਂ ਤੁਹਾਨੂੰ ਉੱਪਰ ਦਿਖਾਈ ਗਈ ਹੈਗੀ ਹੈ ਇਸ ਤਰ੍ਹਾਂ ਦੀ ਹੁੰਦੀ ਹੈ। ਇਸ ਤਰ੍ਹਾਂ ਦੀ ਫੋਟੋ ਜਿਹੜੀ ਹੈਗੀ ਆ ਜ਼ਿਆਦਾਤਰ ਇਨਵਰਟਰਾਂ ਦੇ ਵਿੱਚ ਲਾਈ ਜਾਂਦੀ ਹੈਗੀ ਹੈ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਫੋਟੋ ਆ ਰਹੀ ਹੈ MCB ਦੀ। ਇਸ 'ਤੇ ਤਿੰਨ ਤਰ੍ਹਾਂ ਦੇ MCB ਦਿਖਾਏ ਗਏ ਹਨ ਕਿ ਵੋਲਟੇਜ ਦੇ ਹਿਸਾਬ ਦੇ ਨਾਲ, ਲੋਡ ਦੇ ਹਿਸਾਬ ਦੇ ਨਾਲ ਇਹਨਾਂ MCBਆਂ ਦੀ ਵਰਤੋਂ ਕੀਤੀ ਜਾਂਦੀ ਹੈਗੀ ਹੈ। ਫਿਊਜ਼ ਦੀ ਡੈਫੀਨੇਸ਼ਨ ਹੁਣ ਆਪਾਂ ਦੇਖਦੇ ਹਾਂ ਕਿ ਫਿਊਜ਼ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਫਿਊਜ਼ is an household safety device which is based on the principle of heating effects of electricity. A fuse consists of a wire that breaks when a high electricity is passed through it. This can break the circuit and prevent the current from entering device and causing damage to the device and possible fires. ਫਿਊਜ਼ ਇੱਕ ਇਸ ਤਰ੍ਹਾਂ ਦਾ ਡਿਵਾਈਸ ਹੁੰਦਾ ਹੈਗਾ ਜਿਹੜੇ ਬਿਜਲੀ ਧਾਰਾ ਦੇ ਤਾਪਨ ਪ੍ਰਭਾਵ 'ਤੇ ਆਧਾਰਿਤ ਹੁੰਦਾ ਹੈਗਾ। ਫਿਊਜ਼ ਇੱਕ ਤਰ੍ਹਾਂ ਦੀ ਤਾਰ ਹੁੰਦੀ ਹੈ ਜਦੋਂ ਉਸ ਦੇ ਵਿੱਚੋਂ ਹਾਈ ਇਲੈਕਟ੍ਰੀਸਿਟੀ ਪਾਸ ਕੀਤੀ ਜਾਂਦੀ ਹੈਗੀ ਹੈ ਅਤੇ ਉਹ ਬ੍ਰੇਕ ਕਰ ਦਿੰਦਾ ਹੈ ਅਤੇ ਉਹ ਬ੍ਰੇਕ ਹੋ ਜਾਂਦੀ ਹੈ ਜਾਂ ਟੁੱਟ ਜਾਂਦੀ ਹੈ ਅਤੇ ਇਸ ਤਰ੍ਹਾਂ ਸਰਕਟ ਵੀ ਟੁੱਟ ਜਾਂਦਾ ਹੈ। ਅਤੇ ਸਰਕਟ ਦੇ ਟੁੱਟਣ ਦੇ ਨਾਲ ਜਿਹੜੀ ਉਹਦੇ ਜਿਹੜਾ ਆਪਣਾ ਉਹ ਡਿਵਾਈਸ ਹੈਗਾ, ਜਿਹੜਾ ਆਪਣਾ ਬਿਜਲੀ ਦਾ ਉਪਕਰਨ ਹੈਗਾ ਜਿਹਦੀ ਆਪਾਂ ਵਰਤੋਂ ਕਰ ਰਹੇ ਸੀਗੇ ਉਹ ਬਚ ਜਾਂਦਾ ਹੈਗਾ, ਖਰਾਬ ਹੋਣ ਤੋਂ ਬਚ ਜਾਂਦਾ ਹੈ ਅਤੇ ਜਿਹੜੀ ਅੱਗ ਲੱਗਣ ਦੀ ਉਹਨੂੰ ਸੰਭਾਵਨਾ ਹੁੰਦੀ ਹੈ ਉਹ ਵੀ ਨਹੀਂ ਹੁੰਦੀ। ਇਸ ਦਾ ਮਤਲਬ ਫਿਊਜ਼ ਜਿਹੜਾ ਹੈਗਾ ਬਿਜਲੀ ਉਪਕਰਨਾਂ ਦੀ ਰੱਖਿਆ ਦੇ ਨਾਲ ਨਾਲ ਸਾਡੇ ਘਰਾਂ ਦੀ ਵੀ ਰੱਖਿਆ ਕਰਦਾ ਹੈ ਕਿ ਉਸ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਅੱਗ ਨਾ ਲੱਗੇ। ਜਦੋਂ ਵੀ ਜ਼ਿਆਦਾ ਇਲੈਕਟ੍ਰੀਸਿਟੀ ਪਾਸ ਹੁੰਦੀ ਹੈ, ਹਾਈ ਇਲੈਕਟ੍ਰੀਸਿਟੀ ਬਿਜਲੀ ਧਾਰਾ ਪਾਸ ਹੁੰਦੀ ਹੈ ਕਿ ਅਤੇ ਫਿਊਜ਼ ਹੁਣ ਬ੍ਰੇਕ ਹੋ ਜਾਂਦਾ ਹੈਗਾ। ਬ੍ਰੇਕ ਹੋਣ ਦੇ ਨਾਲ ਕੀ ਹੁੰਦਾ, ਸਰਕਟ ਟੁੱਟ ਜਾਂਦਾ ਹੈ ਅਤੇ ਉਸ ਦੇ ਵਿੱਚ ਉਸ ਦੇ ਨਾਲ ਅੱਗ ਲੱਗਣ ਦੀ ਸੰਭਾਵਨਾਵਾਂ ਘੱਟ ਜਾਂਦੀ ਹੈਗੀ। ਇਸ ਤੋਂ ਇਲਾਵਾ ਅਗਲਾ ਹੈਗਾ ਆਪਣਾ MCB. MCB is also safety device used in the household like fuses. MCBs to break the circuit or go off automatically by overload in the circuit. Same ਜਿਸ ਤਰ੍ਹਾਂ
ਫਿਊਜ਼ ਹੁੰਦੇ ਹੈਗੇ ਹਨ, ਉਸ ਤਰ੍ਹਾਂ ਹੀ MCB ਡਿਵਾਈਸ ਹੁੰਦੇ ਹੈਗੇ ਹਨ। MCB ਫਿਊਜ਼ ਦੀ ਤਰ੍ਹਾਂ ਹੀ ਕੰਮ ਕਰਦੇ ਹੈ। ਜਦੋਂ ਓਵਰਲੋਡ ਹੁੰਦਾ ਹੈਗਾ ਸਰਕਟ ਦੇ ਵਿੱਚ ਤੇ ਕੀ ਹੁੰਦਾ ਹੈ, ਇਹ ਆਪਣੇ ਆਪ ਆਫ ਹੋ ਜਾਂਦੇ ਹਨ, ਆਟੋਮੈਟਿਕਲੀ ਆਫ ਹੋ ਜਾਂਦੇ ਹਨ ਤੇ ਸਰਕਟ ਨੂੰ ਬ੍ਰੇਕ ਕਰਦੇ ਹਨ। ਛੋਟੇ ਸਰਕਟ ਤੋੜਕ ਪੰਜਾਬੀ ਵਿੱਚ ਇਸ ਨੂੰ ਕਹਿੰਦੇ ਹਨ। ਫਿਊਜ਼ ਦੀ ਤਰ੍ਹਾਂ ਹੀ ਘਰਾਂ ਵਿੱਚ ਹੀ ਵਰਤੇ ਜਾਂਦੇ ਹਨ। ਇਹ ਫਿਊਜ਼ ਦੀ ਤਰ੍ਹਾਂ ਹੀ ਓਵਰਲੋਡਿੰਗ ਹੋਣ ਦੀ ਸਥਿਤੀ ਵਿੱਚ ਸਰਕਟ ਨੂੰ ਆਫ ਕਰ ਦਿੰਦੇ ਹਨ ਜਾਂ ਬੰਦ ਕਰਦੇ ਹਨ। ਇਸ ਲਈ ਘਰਾਂ ਦੇ ਵਿੱਚ ਫਿਊਜ਼ ਜਾਂ MCB ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਅੱਗੇ ਆਪਾਂ ਪੜ੍ਹਾਂਗੇ ਹੁਣ ਅਗਲੀ ਸਲਾਈਡ ਦੇ ਵਿੱਚ, ਜਾਂ ਆਪਣਾ ਅਗਲਾ ਟੌਪਿਕ ਹੈਗਾ ਮੈਗਨੈਟਿਕ ਇਫੈਕਟ ਆਫ ਇਲੈਕਟ੍ਰੀਸਿਟੀ, ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ। ਹੁਣ ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ ਕੀ ਹੁੰਦਾ ਹੈਗਾ, ਇਸ ਬਾਰੇ ਜਾਣਦੇ ਹੈਗੇ ਆ। ਪੰਜਾਬੀ ਦੇ ਵਿੱਚ ਇਸ ਨੂੰ ਪੜ੍ਹਦੇ ਹਾਂ, ਜਦੋਂ ਅਸੀਂ ਕਿਸੇ ਵੀ ਤਾਰ ਦੇ ਵਿੱਚੋਂ ਬਿਜਲਈ ਧਾਰਾ ਨੂੰ ਲੰਘਾਈ ਜਾਂਦੀ ਹੈ ਤਾਂ ਉਸ ਦੇ ਕੋਲ ਇੱਕ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ, ਅਤੇ ਚੁੰਬਕੀ ਖੇਤਰ ਪੈਦਾ ਹੋਣ 'ਤੇ ਜਿਹੜੇ ਉਹਦੇ ਕੋਲ ਚੁੰਬਕੀ ਹੁੰਦੀ ਹੈ ਉਹ ਵਿਖੇਪਿਤ ਹੋਣ ਲੱਗ ਜਾਂਦੀ ਹੈ ਅਤੇ ਇਹਦਾ ਮਤਲਬ ਇਹ ਹੈ ਕਿ ਉਹਦੇ ਆਲੇ ਦੁਆਲੇ ਜਦੋਂ ਵੀ ਕਿਸੇ ਵੀ ਤਾਰ ਦੇ ਵਿੱਚੋਂ ਬਿਜਲਈ ਧਾਰਾ ਪਾਸ ਕੀਤੀ ਜਾਂਦੀ ਹੈਗੀ ਅਤੇ ਉੱਥੇ ਚੁੰਬਕੀ ਖੇਤਰ ਵਿਸਥਾਪਿਤ ਹੋ ਜਾਂਦਾ ਹੈਗਾ। A conducting wire behaves like a magnet when electricity is passed through it, and hence the needle in the magnetic compass get deflected. ਹੁਣ ਫੈਕਟਰਸ ਔਨ ਵਿੱਚ ਹੁਣ ਅੱਗੇ ਆਪਾਂ ਪੜ੍ਹਾਂਗੇ ਕਿ ਚੁੰਬਕੀ ਖੇਤਰ ਜਾਂ ਚੁੰਬਕੀ ਪ੍ਰਭਾਵ ਦੀ ਮਾਤਰਾ ਕਿੰਨਾ ਕਾਰਕਾਂ ਦੇ ਉੱਤੇ ਨਿਰਭਰ ਕਰਦੀ ਹੈਗੀ। ਪਹਿਲਾ ਕਾਰਕ ਹੈਗਾ ਇਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਨੰਬਰ ਆਫ ਟਰਨਸ ਇਨ ਦਾ ਕੋਇਲ। ਤਾਰਾਂ ਦੀ ਕੁੰਡਲੀ, ਜਿੰਨੀ ਜ਼ਿਆਦਾ ਤਾਰਾਂ ਦੀ ਕੁੰਡਲੀ ਹੋਏਗੀ ਉਨੀ ਹੀ ਜ਼ਿਆਦਾ ਉੱਥੇ ਮੈਗਨੈਟਿਕ ਇਫੈਕਟ ਹੋਏਗਾ, ਚੁੰਬਕੀ ਖੇਤਰ ਉਨਾ ਹੀ ਜ਼ਿਆਦਾ ਹੋਏਗਾ। ਦੂਸਰਾ ਹੈਗਾ ਇਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਅਮਾਊਂਟ ਆਫ ਕਰੰਟ ਜਿੰਨੀ ਬਿਜਲੀ ਧਾਰਾ ਦੀ ਮਾਤਰਾ ਜਿੰਨੀ ਵੱਧ ਉਹਦੇ ਵਿੱਚੋਂ ਪਾਸ ਕੀਤੀ ਜਾਏਗੀ ਉਸ ਦੇ ਆਲੇ ਦੁਆਲੇ ਓਨਾ ਹੀ ਚੁੰਬਕੀ ਖੇਤਰ ਵੱਧ ਪੈਦਾ ਹੋਏਗਾ। ਇਸ ਦੋਨਾਂ ਚੀਜ਼ਾਂ ਨੂੰ ਸਮਝਣ ਲਈ ਅਸੀਂ ਇੱਕ ਚਿੱਤਰ ਦੇਖਦੇ ਹੈਗੇ ਹਾਂ। ਇਸ ਦੇ ਵਿੱਚ ਤੁਹਾਨੂੰ ਦੇਖ ਹੀ ਰਿਹਾ ਹੈਗਾ, ਇਹ ਕਿਸ ਦੀ ਫੋਟੋ ਹੈਗੀ ਹੈ, ਇੱਕ ਨੇਲਸ ਦੀ ਫੋਟੋ ਹੈਗੀ ਹੈ। ਉਹਦੇ ਆਲੇ ਦੁਆਲੇ ਬੈਟਰੀ ਨਾਲ ਕਨੈਕਟ ਕੀਤਾ ਹੋਇਆ ਹੈਗਾ, ਬੈਟਰੀ ਜਾਂ ਸੈੱਲ ਨਾਲ ਕਨੈਕਟ ਕੀਤਾ ਹੋਇਆ ਹੈਗਾ, ਅਤੇ ਉਹਨੂੰ ਦੂਜੇ ਹਿੱਸੇ ਨੂੰ ਉਹਦੇ ਬਿਜਲਈ ਧਾਰਾ ਨਾਲ ਕਨੈਕਟ। ਜਦੋਂ ਇਸ ਦੇ ਵਿੱਚ ਇਲੈਕਟ੍ਰਿਕ ਕਰੰਟ ਪਾਸ ਕਰਦੇ ਹੈ ਅਤੇ ਜਿਹੜੀ ਲੋਹੇ ਦੀ ਕਿੱਲ ਦੇ ਉੱਤੇ ਤਾਰਾਂ ਨਾਲ ਕੁੰਡਲੀ ਕੀਤੀ ਹੋਈ ਹੈ, ਇਹ ਇੱਕ ਇਲੈਕਟ੍ਰੋਮੈਗਨੈਟ ਦਾ ਰੂਪ ਲੈ ਲੈਂਦੀ ਹੈ, ਹੈਗੀ ਹੈ। ਇਲੈਕਟ੍ਰੋਮੈਗਨੈਟ ਬਣ ਜਾਂਦਾ ਹੈਗਾ, ਮਤਲਬ ਇਲੈਕਟ੍ਰੋਮੈਗਨੈਟ ਮਤਲਬ ਬਿਜਲਈ ਚੁੰਬਕ ਬਣ ਜਾਂਦੀ ਹੈ। ਪੰਜਾਬੀ 'ਚ ਇਹਨੂੰ ਕਹਿੰਦੇ ਬਿਜਲਈ ਚੁੰਬਕ ਬਣਦੀ ਹੈ। ਜਦੋਂ ਵੀ ਇਹਦੇ ਵਿੱਚੋਂ ਇਲੈਕਟ੍ਰੀਸਿਟੀ ਪਾਸ ਕੀਤੀ ਜਾਂਦੀ ਹੈ ਤਾਰ ਦੇ ਉੱਪਰ, ਅਤੇ ਉਹ ਕੀ ਬਣ ਜਾਂਦੀ ਹੈ, ਬਿਜਲਈ ਚੁੰਬਕ। ਜਦੋਂ ਇਲੈਕਟ੍ਰੀਸਿਟੀ ਇਹਦੇ ਵਿੱਚੋਂ ਬਿਜਲਈ ਧਾਰਾ ਬੰਦ ਕਰਤੀ, ਆਪਾਂ ਸਵਿੱਚ ਨੂੰ ਆਫ ਦੀ ਸਥਿਤੀ ਵਿੱਚ ਕਰਤਾ, ਇੱਥੇ ਸਵਿੱਚ ਹੈਗਾ ਲੱਗਿਆ ਆਪਣਾ, ਅਤੇ ਇਹਨੂੰ ਜਦੋਂ ਆਪਾਂ ਆਫ ਦੀ ਸਥਿਤੀ ਵਿੱਚ ਕਰਤਾ ਅਤੇ ਇਹਨੇ ਕੀ ਕਰਨਾ, ਬਿਜਲਈ ਧਾਰਾ ਬੰਦ ਹੋ ਜਾਏਗੀ ਅਤੇ ਇਲੈਕਟ੍ਰੋਮੈਗਨੈਟ ਜਿਹੜਾ ਹੈਗਾ ਚੁੰਬਕ ਬਣਨਾ ਹਟ ਜਾਏਗਾ। ਜਦੋਂ ਵੀ ਇਲੈਕਟ੍ਰੀਸਿਟੀ ਪਾਸ ਹੋਏਗੀ, ਬਿਜਲਈ ਧਾਰਾ ਪਾਸ ਹੋਏਗੀ, ਅਤੇ ਇਹ ਇਲੈਕਟ੍ਰੋਮੈਗਨੈਟ ਬਣ ਜਾਏਗਾ ਅਤੇ ਆਪਣੇ ਮੈਗਨੈਟਿਕ ਸਬਸਟਾਂਸਾਂ ਨੂੰ, ਚੁੰਬਕੀ ਚੀਜ਼ਾਂ ਨੂੰ ਆਪਣੇ ਵੱਲ ਖਿੱਚੇਗਾ। ਜਿਸ ਦਾ ਫੋਟੋ ਵਿੱਚ ਦਿਖਾਇਆ ਗਿਆ ਹੈਗਾ ਕਿ ਇਹ ਪਿੰਸ ਜਿਹੜੇ ਲੋਹੇ ਦੇ ਬਣੇ ਹੋਏ ਹੈਗੇ, ਇਹਨਾਂ ਨੂੰ ਇਹ ਆਪਣੇ ਵੱਲ ਖਿੱਚ ਰਿਹਾ ਹੈਗਾ। ਇਸ ਤੋਂ ਬਾਅਦ ਅੱਗੇ ਹੁਣ ਆਪਾਂ ਪੜ੍ਹਾਂਗੇ ਬਿਜਲਈ ਚੁੰਬਕ ਜਾਂ ਇਲੈਕਟ੍ਰੋਮੈਗਨੈਟ। ਵਟ ਇਜ਼ ਐਨ ਇਲੈਕਟ੍ਰੋਮੈਗਨੈਟ? ਡੈਫੀਨੇਸ਼ਨ ਇਸ ਦੀ ਹੈਗੀ ਹੈ, electromagnet is a temporary magnet in which a current carrying wire behaves like a magnet। ਬਿਜਲਈ ਚੁੰਬਕ ਇੱਕ ਲੋਹੇ ਦਾ ਨਰਮ ਟੁਕੜਾ ਜਿਸ ਦੇ ਆਲੇ ਦੁਆਲੇ ਚਾਲਕ ਕੁੰਡਲੀ ਲਪੇਟੀ ਗਈ ਹੈ, ਜਿਸ ਵਿੱਚੋਂ ਬਿਜਲਈ ਧਾਰਾ ਲਗਾਉਣ ਨਾਲ ਇਸ ਵਿੱਚ ਚੁੰਬਕ ਦੇ ਗੁਣ ਆ ਜਾਂਦੇ ਹਨ। ਆਪਾਂ ਇਹਦੇ ਵਿੱਚ ਇੱਕ ਲੋਹੇ ਦੀ ਕਿੱਲ ਲੈ ਲੈਣੀ ਹੈਗੀ ਹੈ,
ਸਪੋਜ਼ ਕਰ ਲਓ ਇੱਕ ਲੋਹੇ ਦੀ ਮੇਖ ਲੈ ਲੈਣੀ ਹੈਗੀ ਹੈ, ਨੀਲ ਲੈ ਲੈਣੀ ਹੈਗੀ, ਉਹਦੇ ਆਲੇ ਦੁਆਲੇ ਦੇਖ ਜਿਸ ਤਰ੍ਹਾਂ ਤੁਹਾਨੂੰ ਫੋਟੋ ਦੇ ਵਿੱਚ ਦਿਖ ਰਹੀ ਹੈ ਕਿ ਮੇਖ ਦਿਖ ਰਹੀ ਹੈ, ਉਹਦੇ ਆਲੇ ਦੁਆਲੇ ਆਪਾਂ ਤਾਰ ਦੀ ਕੁੰਡਲੀ ਲਾਤੀ, ਜਿਵੇਂ ਐਵੇਂ ਤਾਰ ਘੁਮਾਉਣ ਦਿਖ ਰਿਹਾ ਨਾ, ਇਹਦੀ ਕੁੰਡਲੀ ਕਿਹਾ ਜਾਂਦਾ, ਨੰਬਰ ਆਫ ਟਰਨਸ ਕਿਹਾ ਜਾਂਦਾ ਇਹਨੂੰ, ਠੀਕ ਹੈ। ਕੁੰਡਲੀ ਲਾਤੀ ਅਤੇ ਇਹਦੇ ਵਿੱਚ ਹੁਣ ਅਸੀਂ ਬਿਜਲੀ ਪਾਸ ਕਰਦੇ ਹਾਂ। ਜਦੋਂ ਇਸ ਦੇ ਵਿੱਚ ਬੈਟਰੀ ਸੈੱਲ ਦੇ ਦੂਜੇ ਹਿੱਸੇ ਨਾਲ ਜੋੜ ਕੇ ਬਿਜਲੀ ਪਾਸ ਹੁੰਦੀ ਹੈ ਅਤੇ ਆਹ ਸਾਰਾ ਦਾ ਸਾਰਾ ਹਿੱਸਾ ਕੀ ਬਣ ਜਾਂਦਾ, ਇਲੈਕਟ੍ਰੋਮੈਗਨੈਟ, ਜਿਹਨੂੰ ਬਿਜਲਈ ਚੁੰਬਕ ਕਿਹਾ ਜਾਂਦਾ ਹੈਗਾ। ਹੁਣ ਇਸ ਤੋਂ ਬਾਅਦ ਇਹਨਾਂ ਬਿਜਲਈ ਚੁੰਬਕਾਂ ਦੀ ਕਿੱਥੇ ਵਰਤੋਂ 'ਚ ਆਉਂਦੀ ਹੈਗੀ, ਹੁਣ ਆਪਾਂ ਆ ਪੜ੍ਹਾਂਗੇ। ਸਲਾਈਡਸ ਦੇ ਵਿੱਚ ਆ ਰਹੀ ਅਗਲੀ ਸਲਾਈਡ ਵਿੱਚ ਬਿਜਲਈ ਚੁੰਬਕ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈਗੀ। ਬਿਜਲਈ ਚੁੰਬਕ ਦੀ ਵਰਤੋਂ ਯੂਜ਼ ਕਰਦੇ ਹਾਂ ਕਿ ਆਪਾਂ, ਦੇ ਆਰ ਯੂਜ਼ ਫॉर ਸੈਪਰੇਟਿੰਗ ਮੈਟੀਰੀਅਲ ਫਰੋਮ ਜੰਕ। ਕਬਾੜ ਦੇ ਵਿੱਚੋਂ ਚੁੰਬਕੀ ਪਦਾਰਥਾਂ ਨੂੰ ਵੱਖ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕਬਾੜ ਦੇ ਵਿੱਚ ਕਈ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ, ਪਲਾਸਟਿਕ ਦੀ, ਰਬੜ ਦੀ, ਲੋਹੇ ਦੀ, ਤਾਂ ਉਹਨਾਂ ਦੇ ਵਿੱਚੋਂ ਬਿਜਲਈ ਚੁੰਬਕ ਦੀ ਵਰਤੋਂ ਕਰਕੇ ਅਸੀਂ ਆਸਾਨੀ ਦੇ ਨਾਲ ਹੈ ਨਾ ਲੋਹੇ ਦੇ ਚੀਜ਼ਾਂ ਉਹਦੇ ਵਿੱਚੋਂ ਆਰਾਮ ਨਾਲ ਕੱਢ ਸਕਦੇ ਹੈਗੇ। ਦੂਜਾ ਯੂਜ਼ ਹੈਗਾ ਵੱਖ ਕਰ ਦੋ, ਇਹ ਲਈ ਚੀਜ਼ਾਂ ਵੱਖ ਕਰ ਸਕਦੇ ਹੈਗੇ। ਦੂਜਾ ਯੂਜ਼ ਹੈਗਾ ਇਹਦਾ, ਡਾਕਟਰ ਯੂਜ਼ਸ ਇਲੈਕਟ੍ਰੋਮੈਗਨੇਟ for small pieces of magnetic material that was accidentally fallen in the eye। ਡਾਕਟਰ ਕਈ ਵਾਰੀ ਐਕਸੀਡੈਂਟ ਦੇ ਦੌਰਾਨ ਲੋਹੇ ਦੇ ਕੁਝ ਛੋਟੇ ਛੋਟੇ ਕਣ ਜਿਹੜੇ ਆਪਣੇ ਅੱਖ ਦੇ ਵਿੱਚ ਕਿਸੇ ਢੰਗ ਨਾਲ ਚਲੇ ਜਾਂਦੇ ਹਨ ਅਤੇ ਉਹਨਾਂ ਨੂੰ ਕੱਢਣ ਵਾਸਤੇ ਡਾਕਟਰ ਇਲੈਕਟ੍ਰੋਮੈਗਨੇਟਾਂ ਦੀ ਵਰਤੋਂ ਕਰਦੇ ਹਨ। ਤੀਜਾ ਇਹਦਾ ਯੂਜ਼ ਹੈਗਾ, ਦੇ ਆਰ ਯੂਜ਼ਡ ਇਨ ਟੋਏ। ਬਹੁਤ ਸਾਰੇ ਖਿਡੌਣਿਆਂ ਦੇ ਵਿੱਚ ਇਹਨਾਂ ਬਿਜਲਈ ਚੁੰਬਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਬੱਚਿਓ ਆਪਾਂ ਹੁਣ ਆਪਣਾ 14ਵਾਂ ਪਾਠ ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ, ਇਲੈਕਟ੍ਰਿਕ ਕਰੰਟ ਐਂਡ ਇਟਸ ਇਫੈਕਟ ਕੰਪਲੀਟ ਹੋ ਗਿਆ ਹੈਗਾ। ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਰੇ ਕਨਸੈਪਟ ਸਮਝ ਆ ਗਏ ਹੋਣਗੇ। ਇਸ ਵੀਡੀਓ ਨੂੰ ਤੁਸੀਂ ਬਾਰ-ਬਾਰ ਦੇਖੋ। ਜੇ ਚੀਜ਼ ਨਹੀਂ ਸਮਝ ਲੱਗਦੀ ਹੈਗੀ ਉਹ ਮੈਨੂੰ ਵਟਸਐਪ ਕਰਕੇ ਤੁਸੀਂ ਪੁੱਛ ਸਕਦੇ ਹੋ, ਜਾਂ ਫ਼ੋਨ ਕਰਕੇ ਵੀ ਤੁਸੀਂ ਕਾਲ ਕਰ ਸਕਦੇ ਹੋ। ਥੈਂਕ ਯੂ।